सब्सक्राइब कीजिए हमारे चैनल को और बेल आइकॉन को प्रेस कीजिए। अस्सलाम वालेकुम दोस्तों, की हाल चाल है। मैं ਤੁਹਾਡਾ ਮੇਜ਼ਬਾਨ ਮੁਹੰਮਦ ਸ਼ਾਹਦ ਤੇ ਤੁਸੀਂ ਦੇਖ ਰਹੇ ਹੋ ਸਾਡਾ YouTube ਚੈਨਲ ਸੁਪਰ ਟੀਵੀ। ਤੇ ਦੋਸਤੋ ਅੱਜ ਇੱਕ ਫਾਰਮ ਤੇ ਪਹੁੰਚੇ ਆ। ਇਹ ਸਾਡਾ ਆਪਣਾ ਫਾਰਮ ਆ ਸੁਪਰ ਡੇਅਰੀ ਫਾਰਮ ਦੇ ਨਾਮ ਤੋਂ, ਤੇ ਅਸੀਂ ਉਹਦੇ ਤੇ ਨਾਮ ਰੱਖਿਆ ਸੀਗਾ। ਤੇ ਮੇਰੀ ਇੱਕ ਖਾਹਿਸ਼ ਸੀਗੀ ਕਿ ਇਸ ਫਾਰਮ ਨੂੰ ਅਸੀਂ ਉਦੋਂ ਦਿਖਾਉਣਾ ਜਦੋਂ ਸਾਡਾ 1000 ਤੋਂ ਉੱਤੇ ਸਬਸਕ੍ਰਾਈਬਰ ਹੋਏਗਾ। ਤੇ ਤੁਸੀਂ ਦੇਖ ਸਕਦੇ ਹੋ ਅੱਜ ਅੱਲਾ ਦੇ ਹੁਕਮ ਨਾਲ ਆਪਣਾ 1900 ਸਬਸਕ੍ਰਾਈਬਰ ਹੋ ਗਿਆ। ਤੇ ਵੱਡੇ ਭਾਈ ਨੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਤੇ ਤੁਹਾਨੂੰ ਸਾਰੀਆਂ ਨਸਲਾਂ ਦੇ ਬਾਰੇ ਵੀ ਦੱਸਾਂਗੇ। ਇਹ ਸਾਡਾ ਆਪਣਾ ਸਾਡੇ ਪਿੰਡ ਦੇ ਵਿੱਚ ਸਾਡਾ ਆਪਣਾ ਸੈਟਅਪ ਹੈਗਾ। ਤੇ ਭਾਈ ਅਹਿਮਦ ਹੋਣਾ ਨਾਲ ਤੁਹਾਡੀ ਗੱਲਬਾਤ ਵੀ ਕਰਾਉਂਦੇ ਆ। ਅਹਿਮਦ ਭਾਈ ਆਓ ਜ਼ਰਾ। अस्सलाम वालेकुम। वालेकुम सलाम। की हाल चाल है जी? ठीक ठाक शाह साहब, तुम सुनाओ? अल्लाह पाक दा शुक्र। अच्छा अहमद भाई अगे आ जाओ ज़रा कैमरामैन साहब। अच्छा अहमद भाई ये दसो कि तुहाडे कोल इत्थे किन्ने जानवर इस टाइम हैगे आ? अपने को सर इस टाइम जी 14 ਵੱਡੇ जानवर आ जी। सही हो गया। ਤੇ ਇਹਨਾਂ ਦੇ 14 ਇਹਨਾਂ ਦੇ ਬੱਚੇ ਆ ਜੀ, ਜਿਹੜੀਆਂ ਫੀਮੇਲ ਬੱਚੇ ਆ। 14 ਵੱਡੇ जानवर 14 छोटे जानवर। ਛੋਟੇ 14 जानवर ਆ ਜੀ, ਉਹਨਾਂ ਦੇ ਬੱਚੇ ਆ। ਤੇ ਬਾਕੀ ਆਪਣੇ ਕੋਲ 8-10 ਬੱਚੇ ਆ ਜੀ, ਬੱਚੀਆਂ 14 ਤੇ 8-10 ਬੱਚੇ। अच्छा अहमद भाई ये दसो कि अपने को इत्थे नस्ल केड़ी केड़ी पाई हुई तुसीं? ਆਪਾਂ ਜੀ ਫਰੀਜ਼ਨ ਕ੍ਰਾਸ ਪਾਈ ਹੋਈ ਹੈ ਜੀ। फ्रीजन क्रॉस हैगी आ। ਜੀ ਜੀ। अच्छा सानू तुसीं दस सकदे हो माशाल्लाह बड़ा खूबसूरत माल आ, रजिया पुजिया बड़ा सेहतमंद है। तुसीं दस सकदे हो कि इन्हां दा दुੱਧ शुद्ध की एवरेज है ते नस्ल अच्छी केड़ी हैगी दुੱਧ वास्ते? ਦੁੱਧ ਵਾਸਤੇ ਅੱਛੀ ਨਸਲ ਆ ਜੀ, ਉਹ ਆਪਣੇ ਫਰੀਜ਼ਨ ਪਾਈ ਜਾਂਦੀ ਆ। ਤੇ ਜਰਸੀ ਵੀ ਵੈਸੇ ਅੱਛੀ ਆ, ਲੇਕਿਨ ਜਰਸੀ ਉਸ ਮਿਆਰ ਤੇ ਨਹੀਂ ਪਹੁੰਚਦੀ ਜਿਸ ਮਿਆਰ ਤੇ ਫਰੀਜ਼ਨ ਪਹੁੰਚਦੀ ਆ ਜੀ। ਇਸ ਵਾਸਤੇ ਮੈਂ ਚੋਲਸਤਾਨ ਵਿੱਚੋਂ ਆਪਣੇ ਫਰੀਜ਼ਨ ਦਾ ਕ੍ਰਾਸ ਲੈ ਰਿਹਾ। ਤੇ ਇਸ ਆਪਣੇ ਇਲਾਕੇ ਦਾ ਤੁਹਾਨੂੰ ਪਤਾ ਗਰਮੀ ਆ, ਤੇ ਪਿਓਰ ਫਰੀਜ਼ਨ F1 ਜਿਹੜੀ ਆ ਉਹ ਤੇ ਕਾਮਯਾਬ ਛੋਟੇ ਫਾਰਮ ਵਾਸਤੇ ਨਹੀਂ, ਵੱਡੇ ਫਾਰਮ ਵਾਸਤੇ ਉਹ ਇਨਡੋਰ ਫਾਰਮ ਵਾਸਤੇ ਕਾਮਯਾਬ ਹੋ ਜਾਂਦੀ ਆ। ਤੇ ਆਪਾਂ ਤੇ ਬਗੈਰ ਛੱਡ ਤੋਂ ਯਾਨੀ ਕਿ ਦਰਖਤਾਂ ਦੇ ਥੱਲੇ ਕੁਦਰਤੀ ਮਾਹੌਲ ਨਾਲ ਜਾਨਵਰ ਰੱਖਣ ਦੀ ਕੋਸ਼ਿਸ਼ ਕੀਤੀ ਹੋਈ ਹੈ ਕੁਦਰਤ ਦੇ ਮੁਤਾਬਕ। ਜ਼ਬਰਦਸਤ ਹੋ ਗਿਆ। ਅੱਛਾ ਮਾਸ਼ਾਅੱਲਾ ਇੱਕ ਸਾਈਡ ਤੇ ਸਾਰੀਆਂ ਮੇਰੇ ਖਿਆਲ ਗਾਈਆਂ ਹੈਗੀਆਂ। ਆਹ ਸਰ ਜਿਹੜੀਆਂ ਗਾਵਾਂ ਜੀ ਇਹ ਸਾਰੀਆਂ ਹੈਗੀਆਂ ਆਪਣੇ ਸੂਈਆਂ ਹੋਈਆਂ ਸਹੀ ਤੇ ਪ੍ਰੈਗਨੈਂਟ ਵੀ ਗਾਂ ਹੋਈਆਂ 3 ਗਾਵਾਂ ਵਿੱਚੋਂ, ਤੇ ਇਹ ਦੁੱਧ ਦੇ ਰਹੀਆਂ ਨੇ ਇਸ ਟਾਈਮ। ਤੇ ਜਿਹੜੀਆਂ ਆਹ ਨੇ ਇੱਧਰ ਇਹ ਸਾਰੇ ਬੱਚੇ ਨੇ ਇਹਨਾਂ ਦੇ। ਆ ਕੈਮਰਾਮੈਨ ਸਾਹਿਬ ਜ਼ਰਾ ਇਧਰਲੀ ਸਾਈਡ ਦਿਖਾਓ। ਆ ਸਾਰੇ ਬੱਚੇ ਇਹਨਾਂ ਦੇ ਹੀ ਆ ਸਾਰੇ? ਇਹ ਸਾਰੇ ਇਹਨਾਂ ਦੇ ਬੱਚੇ ਆ, ਤੇ ਵਿੱਚ 2-3 ਬੱਚੀਆਂ ਜੀ। ਤੇ ਉਹ ਸਾਰੀਆਂ ਫੀਮੇਲ ਸਾਰੀਆਂ ਖੜੀਆਂ ਜੀ, ਇਹਨਾਂ ਦੀਆਂ ਬੇਟੀਆਂ ਬੂਟੀਆਂ। ਸਹੀ ਹੋ ਗਿਆ। ਅੱਛਾ ਇਹਨਾਂ ਦਾ ਤੁਸੀਂ ਦੱਸ ਸਕਦੇ ਹੋ ਕਿ ਸਭ ਤੋਂ ਜ਼ਿਆਦਾ ਦੁੱਧ ਕਿਹੜੀ ਯਾਨੀ ਕਿ ਕਿਹੜੀ ਨਸਲ ਦਾ ਹੈਗਾ? ਫਰੀਜ਼ਨ ਨਸਲ ਦਾ ਜੀ। Friesian ਫਰੀਜ਼ਨ ਨਸਲ ਪਿਓਰ ਜਿਹੜੀ ਹੁੰਦੀ ਉਹਦਾ ਦੁੱਧ ਕਾਫੀ ਹੁੰਦਾ ਵਾ। ਔਰ ਯਾਨੀ ਖੁਰਾਕ ਨੂੰ ਮੇਨਟੇਨ ਰੱਖ ਕੇ, ਮਾਹੌਲ ਨੂੰ ਮੇਨਟੇਨ ਰੱਖ ਕੇ ਦੁੱਧ ਜ਼ਿਆਦਾ ਦਿੰਦੀ ਆ ਇਹ ਫਰੀਜ਼ਨ ਗਾਂ ਜਿਹੜੀ ਹੈ। ਕਿੰਨਾ ਹੁੰਦਾ ਜ਼ਿਆਦਾ ਤੋਂ ਜ਼ਿਆਦਾ 1 ਲੀਟਰ ਦੇ ਹਿਸਾਬ ਨਾਲ, ਯਾਨੀ ਕਿ ਐਵਰੇਜ ਲੀਟਰ ਕਿੰਨੇ ਹੁੰਦੀ ਸਵੇਰ ਸ਼ਾਮ? ਆਮ ਤੌਰ ਤੇ ਜਿਹੜੀ ਐਵਰੇਜ ਗਾਵਾਂ ਦਿੰਦੀਆਂ ਜੀ ਉਹ 10 ਤੋਂ 14 ਲੀਟਰ ਦੇ ਦਿੰਦੀਆਂ, ਔਰ ਬਹੁਤ ਆਲਾ ਕੁਆਲਿਟੀ ਦੀਆਂ 18 ਲੀਟਰ 20 ਲੀਟਰ, ਯਾਨੀ ਕਿ ਉਹ ਤੁਹਾਡੀ ਕੁਆਲਿਟੀ ਵਾਈਜ਼ ਪਿਓਰ ਦੇ ਮੁਤਾਬਕ ਔਰ ਤੁਹਾਡੀ ਖੁਰਾਕ ਦੇ ਮੁਤਾਬਕ ਔਰ ਫਾਰਮ ਦੇ ਸਕੂਨ ਪੁਰਸਕੂਨ ਇਹਨਾਂ ਦੇ ਆਰਾਮ ਦੇ ਮੁਤਾਬਕ ਦੇ ਹਿਸਾਬ ਨਾਲ ਦੁੱਧ ਵੱਧਦਾ ਜੀ। ਕਿਹੜੀ ਹੈ ਇੱਥੇ ਨਸਲ ਜ਼ਰਾ ਦਿਖਾਓ ਤਾਂ ਕਿ ਕੈਮਰਾਮੈਨ ਸਾਹਿਬ ਨੂੰ ਵੀ ਜ਼ਰਾ ਦਿਖਾਈਏ ਤੇ ਆਪਣੇ ਵੀਵਰਾਂ ਨੂੰ ਵੀ ਦਿਖਾਈਏ। ਆਹ ਸਰ ਗਾਂ ਹੈਗੀ ਆ ਫਰੀਜ਼ਨ F1? ਨਹੀਂ ਸਰ ਆਹ ਫਰੀਜ਼ਨ, ਇਹ ਫਰੀਜ਼ਨ F1? ਇਹ ਤਕਰੀਬਨ F1 ਨਹੀਂ ਹੈ, ਸਮਝ F2 ਹੀ ਸਮਝੋ ਜੀ, F1 ਨਹੀਂ। ਇਹ ਤਕਰੀਬਨ F1 ਇੱਥੇ ਨਹੀਂ ਰੱਖ ਸਕਦੇ ਆਪਾਂ। ਔਰ ਪ੍ਰੋਬਲਮ ਇਹ ਹੈ ਸ਼ਾਹ ਸਾਹਿਬ ਇੱਥੇ ਗਰਮੀ ਬੜੀ ਪੈਂਦੀ ਹੈ। ਗਰਮੀ ਦੇ ਵਿੱਚ ਜਾਨਵਰ ਕਮਜ਼ੋਰ ਹੋ ਜਾਂਦਾ ਵਾ ਤੇ ਬੜਾ ਪਰੇਸ਼ਾਨ ਹੁੰਦਾ। ਸਹੀ ਹੋ ਗਿਆ, ਯਾਨੀ ਕਿ ਉਹ ਠੰਡੇ ਇਲਾਕੇ ਦੀ ਹੈ ਜਨ? ਠੰਡੇ ਇਲਾਕੇ ਦੀ ਉਹ ਪੈਦਾਵਾਰ ਆ ਜੀ। ਤੇ ਉਹਦੇ ਵਾਸਤੇ ਇਨਡੋਰ ਚਾਹੀਦਾ, ਫੁਹਾਰੇ ਚਾਹੀਦੇ ਆ, ਸ਼ੈੱਡ ਚਾਹੀਦਾ ਵਾ, ਤੇ ਉਹਨਾਂ ਨੂੰ ਪੂਰਾ ਮਾਹੌਲ ਚਾਹੀਦਾ। ਤੇ ਖੁਰਾਕ ਕਿੰਨੀ ਖਾਇਆ ਦੀ ਯਾਨੀ ਕਿ ਸਾਰੇ 24 ਘੰਟੇ ਦੀ? 24 ਘੰਟੇ ਦਾ ਸੈਲੇਜ ਯਾਨੀ ਕਿ ਖਾ ਜਾਂਦੀ ਹੈ ਤਕਰੀਬਨ 30 ਕਿਲੋ ਸੈਲੇਜ ਖਾ ਜਾਂਦੀ ਆ ਇੱਕ ਗਾਂ ਵੱਡੀ ਜਿਹੜੀ ਹੁੰਦੀ ਆ। 30-35 ਕਿਲੋ ਸੈਲੇਜ ਵੱਡੀ ਗਾਂ ਖਾ ਜਾਂਦੀ ਆ। ਤੇ ਪੱਠੇ ਤੇ ਜ਼ਿਆਦਾ ਖਾ ਜਾਂਦੀਆਂ ਜੀ, ਮਣ 1.5 ਮਣ ਵੀ ਪੱਠੇ ਖਾ ਜਾਂਦੀਆਂ। ਅੱਛਾ ਤੁਸੀਂ ਆ ਕਮਾਦ ਕੁਤਰ ਕੇ ਪਾਇਆ ਹੋਇਆ ਅੱਗੇ ਇਹਨਾਂ ਨੂੰ ਖੁਰਲੀਆਂ? ਅਸੀਂ ਲੂਸਣ ਤੇ ਕਮਾਦ ਪਾਇਆ ਹੋਇਆ ਜੀ। ਕਮਾਦ ਦਾ ਸੀਜ਼ਨ ਆ ਜੀ, ਤੇ ਨਾਲ ਲੂਸਣ ਪਾ ਰਹੇ ਹਾਂ ਜੀ। ਸਹੀ ਹੈ। ਕਮਾਦ ਯਾਨੀ ਕਿ ਤੁਸੀਂ ਆਪਣਾ ਬੀਜਿਆ ਹੋਇਆ? ਕਿੰਨਾ ਚਾਰਾ ਬੀਜਿਆ ਇੰਨੇ ਜਾਨਵਰਾਂ ਵਾਸਤੇ? ਮੈਂ ਜੀ 1.5 ਕਿੱਲਾ ਲੂਸਣ, 6 ਕਨਾਲਾ ਕਮਾਦ ਤੇ 3 ਕਿੱਲੇ ਜਵਾ ਜੀ। ਸਹੀ ਹੋ ਗਿਆ, ਜ਼ਬਰਦਸਤ ਹੋ ਗਿਆ। ਦੋਸਤੋ ਆ ਦੇਖ ਸਕਦੇ ਹੋ ਕਿ ਪਾਣੀ ਦਾ ਸੈਟਅਪ ਬਣਾਇਆ ਭਰਾ ਉਹਨਾਂ ਨੇ, ਬੜਾ ਜ਼ਬਰਦਸਤ ਸ਼ੈੱਡ ਆ, ਬੜਾ ਪਿਆਰਾ ਨਿਜ਼ਾਮ ਆ ਸਾਰਾ। ਔਰ ਇਹ ਸਾਡਾ ਆਪਣਾ ਫਾਰਮ ਆ, ਤੁਸੀਂ ਜਦੋਂ ਕਹੋਗੇ ਇੱਥੋਂ ਦਾ ਤੁਹਾਨੂੰ ਵਿਜ਼ਿਟ ਕਰਾ ਦਿਆ ਕਰਾਂਗੇ। ਆਮਦ ਭਾਈ ਆਪਣੇ ਕੋਲ ਹੈ ਵੇਚਣ ਵਾਸਤੇ ਵੀ ਨਾਗ ਸ਼ਾਗ? ਨਹੀਂ ਆਪਣੇ ਕੋਲ ਵੇਚਣ ਵਾਸਤੇ ਕੋਈ ਨਹੀਂ। ਇੱਕ ਗਾਂ ਮੇਰੀ ਸੂਣ ਵਾਲੀ ਹੈ, ਤੁਹਾਨੂੰ ਮੈਂ ਅੰਦਰ ਜਾ ਕੇ ਵਿਜ਼ਿਟ ਕਰਾਉਣਾ, ਉਸ ਰਸਤੇ ਥਾਣੀ ਅੰਦਰ ਜਾਂਦੇ। ਸਹੀ ਹੋ ਗਿਆ, ਚਲੋ ਆਜੋ ਜੀ ਕੈਮਰਾਮੈਨ ਸਾਹਿਬ ਜ਼ਰਾ ਚੱਲਦੇ ਆਓ ਤੇ ਆਪਾਂ ਤੁਹਾਨੂੰ ਚੈੱਕ ਕਰਾਉਂਦੇ ਹਾਂ ਅੰਦਰ ਜਿਹੜੀ ਸੂਣ ਵਾਲੀ ਹੈ ਇੱਕ। ਹਾਂਜੀ ਆ ਇਹਨਾਂ ਦਾ ਲਹਿਦਾ ਸਿਸਟਮ ਹੈਗਾ, ਬੱਚੇ ਵਗੈਰਾ ਯਾਨੀ ਕਿ ਦੁੱਧ ਨਹੀਂ ਪੀਣਗੇ ਨਾ, ਧਾਰਾਂ ਦੇ ਟਾਈਮ ਤੇ ਇਹਨਾਂ ਨੂੰ ਇੱਥੋਂ ਕੱਢਦੇ ਆ
ਅੱਛਾ ਇਹ ਥੋੜੇ ਆ, ਬਾਕੀ ਮੇਰੇ ਖਿਆਲ ਪਰਲੇ ਪਾਸੇ ਜਿਹੜੇ ਵੱਡੇ ਹੋ ਜਾਂਦੇ। ਇਹ ਜਿਹੜੇ ਪੱਲੇ ਉਹ ਬਾਕੀ ਇਧਰੋਂ ਜਿਹੜੇ ਵੱਡੇ ਹੋਣਗੇ ਜੀ ਉਧਰ ਟ੍ਰਾਂਸਫਰ ਹੋ ਜਾਣਗੇ, ਇਹ ਛੋਟੇ ਇੱਧਰ ਰਹਿਣਗੇ ਜੀ। ਸਹੀ ਹੋ ਗਿਆ। ਤੇ ਇਹਨਾਂ ਨੂੰ ਰਾਤ ਨੂੰ ਇੱਥੇ ਓਪਨ ਹੀ? ਇਹ ਜੀ ਓਪਨ ਮੈਂ ਯਾਨੀ ਕਿ ਜਾਨਵਰ ਸ਼ੁਰੂ ਤੋਂ ਓਪਨ ਹੀ ਰੱਖਿਆ ਵਾ ਅਲਹਮਦੁਲਿਲਾ। ਮੇਰੇ ਜਾਨਵਰ ਜਿਹੜੇ ਆ ਮੌਸਮ ਦੇ ਮੁਤਾਬਕਤ ਨਾਲ ਆਪਣੇ ਆਪ ਦੀ ਕੂਵਤ ਮੁਤਾਬਕਤ ਪੈਦਾ ਕੀਤੀ ਖੜੇ ਆ। ਦਰਖਤ ਵਗੈਰਾ ਲੱਗਾ, ਦਰਖਤ ਵਗੈਰਾ ਇੱਧਰ ਵੀ ਲੱਗੇ ਆ ਤੇ ਇੱਧਰ। ਹਾਂਜੀ ਆ ਕੈਮਰਾਮੈਨ ਸਾਹਿਬ ਜ਼ਰਾ ਦਿਖਾਓ ਇੱਧਰ। ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਉੱਪਰ ਕੋਈ ਸ਼ੈੱਡ ਨਹੀਂ ਹੈਗਾ। ਬੰਦੇ 10-10 ਲੱਖ ਰੁਪਏ ਲਾ ਛੱਡਦੇ ਆ ਉੱਪਰ, ਸਿਰਫ ਉੱਪਰ ਸੀਲਿੰਗ ਵਾਸਤੇ, ਛੱਤ ਵਾਸਤੇ, ਸ਼ੇਡ ਵਾਸਤੇ, ਯਾਨੀ ਕਿ ਅੱਛਾ ਬਾਰਿਸ਼ ਵਗੈਰਾ ਵੀ ਆ ਜਾਵੇ ਇੱਥੇ ਹੀ ਹੁੰਦਾ ਜੀ। ਸਾਰੇ ਇੱਥੇ ਹੁੰਦੇ। ਮੈਂ ਇਹਨਾਂ ਦੀ ਫਿਰ ਖੁਰਾਕ ਦਾ ਖਿਆਲ ਰੱਖਦਾ ਸਰਦੀਆਂ ਨੂੰ, ਫਿਰ ਨਾਲ ਇਹਨਾਂ ਨੂੰ ਗੁੜ ਛੋੜ ਜੇ ਉਹ ਸੀਰਾ ਸ਼ੀਰਾ ਅੱਗੇ ਪਿੱਛੇ, ਯਾਨੀ ਕਿ ਪੂਰਾ ਇਹਨਾਂ ਦਾ ਨਿਜ਼ਾਮ ਰੱਖੀਦਾ ਜੀ, ਤਾਂ ਕਿ ਆਪਦੀ ਇਹ ਜਿਸਮਾਨੀ ਤਾਕਤ ਬਹਾਰ ਰੱਖਣ। ਅੱਛਾ ਇਹ ਜਿੰਨਾ ਫਾਰਮ ਦੀ ਜਗ੍ਹਾ ਹੈਗੀ ਹੈ, ਇਹਨੇ ਮਾਲ ਵਾਸਤੇ ਕਿੰਨੀ ਜਗ੍ਹਾ ਤੁਸੀਂ ਇਸਤੇਮਾਲ ਕਰ ਰਹੇ ਹੋ? ਮੈਂ ਤੇ ਕਮ ਸੇ ਕਮ 6 ਕਨਾਲਾਂ ਇਸਤੇਮਾਲ ਕਰ ਰਹੇ ਹਾਂ ਜੀ, ਲੇਕਿਨ ਇੰਨੇ ਕੀ ਜਾਨਵਰਾਂ ਵਾਸਤੇ ਨਾ ਜੀ, ਹਾਂਜੀ, ਤੇ ਤੁਸੀਂ ਥੋੜੀ ਜਗ੍ਹਾ ਵੀ ਵਿੱਚ ਵੀ ਤੁਹਾਡਾ ਗੁਜ਼ਾਰਾ ਹੋ ਸਕਦਾ ਜੀ। 6 ਕਨਾਲਾਂ ਯਾਨੀ ਕਿ 120 ਜੀ। ਮੈਂ ਤੇ 120 ਮਰਲਿਆਂ ਦੇ ਵਿੱਚ ਆਦਾ ਸੈਟਅਪ ਬਣਾਇਆ ਜੀ, ਸ਼ੌਕ ਵੀ ਪੂਰਾ ਕੀਤਾ ਜੀ ਤੇ ਕਾਰੋਬਾਰ ਵੀ ਕੀਤਾ ਇਹਦੇ ਵਿੱਚ। ਸਹੀ ਹੋ ਗਿਆ। ਤੇ ਅੱਛਾ ਆ ਜਿਹੜਾ ਸਿਸਟਮ ਆ ਕਾਹਦੇ ਲਈ ਬਣਾਇਆ ਹੋਇਆ ਛੱਪੜ? ਇਹ ਸਰ ਮੈਂ ਮੱਝਾਂ ਵਾਸਤੇ ਬਣਾਇਆ ਜੀ। ਮੱਝਾਂ ਵਾਸਤੇ? ਜੀ ਮੱਝਾਂ ਨਹਾਉਂਦੀਆਂ ਇੱਥੇ ਗਰਮੀਆਂ ਨੂੰ ਜੀ। ਸਹੀ। ਹਾਂਜੀ ਮੱਝਾਂ ਜੀ ਪਾਣੀ ਦਾ ਪੂੰਗਾ ਹਾਂ, ਤੇ ਉਹਨਾਂ ਨੂੰ ਇਹਦੇ ਵਿੱਚ ਛੱਡੀ ਦਾ ਭਾਈ ਦਾ ਜੀ, ਉਹਨਾਂ ਦੀ ਸਿਹਤ ਬਰਕਰਾਰ ਰੱਖਣ ਵਾਸਤੇ ਗਰਮੀਆਂ ਵਾਸਤੇ ਅੱਛਾ ਆਪਣਾ ਹੀ ਬਣਾਇਆ? ਅੱਛਾ ਆਪਣਾ ਹੀ ਬਣਾਇਆ ਜੀ, ਪਿੰਡ ਦੇ ਜੀ ਲਿਆਂਦੇ ਨਹੀਂ ਜੀ। ਸਹੀ ਹੈ, ਯਾਨੀ ਕਿ ਆਪਣੇ ਮਾਲ ਨੂੰ ਤੁਸੀਂ ਨਵਾ ਦਿਓ। ਆਪਣੇ ਮਾਲ ਨੂੰ ਨਵਾਉਣਾ ਆਪਾਂ, ਯਾਨੀ ਪਿੰਡ ਵਾਲੇ ਮੁਸ਼ਤਰਕਾ ਖਾਤੇ 'ਚ ਨਹੀਂ ਜਾਂਦੇ। ਸਹੀ ਹੋ ਗਿਆ। ਦੋਸਤੋ ਦੇਖ ਸਕਦੇ ਹੋ ਕਿ ਸਾਰਾ ਸੈਟਅਪ ਮਾਸ਼ਾਅੱਲਾ ਬੜਾ ਪਿਆਰਾ। 6 ਕਨਾਲ ਇਹਨਾਂ ਨੇ ਜਗ੍ਹਾ ਵਲੀ ਆ। ਇਹਦੇ ਵਿੱਚੋਂ ਥੋੜੀ ਜਿਹੀ ਘੱਟ ਵੀ ਕੀਤੀ ਜਾ ਸਕਦੀ ਹੈ, ਲੇਕਿਨ ਇਹ ਕਿ ਪਿੰਡ ਦੇ ਨਾਲ ਇਹਨਾਂ ਕੋਲ ਜ਼ਮੀਨ ਹੈਗੀ ਸੀ, ਇਹਨਾਂ ਨੇ ਫਿਰ ਡੇਰਾ ਬਣਾਇਆ, ਨਾਲ ਡੇਰੇਦਾਰੀ ਵੀ ਹੈ। ਔਰ ਅੱਛਾ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਨਾ ਫਾਰਮ ਦੇ ਅੰਦਰ ਆ ਗਏ ਹਾਂ ਤੇ ਇਹ ਜਾਨਵਰ ਆ ਮਾਸ਼ਾਅੱਲਾ। ਇਹ ਨਸਲ ਕਿਹੜੀ ਆ ਯਾਰ ਅਮਨ ਭਾਈ? ਬਹੁਤ ਮਾਸ਼ਾਅੱਲਾ ਲੇਵਾ ਤਕੜਾ। ਹਾਂਜੀ ਸਾਹੀਵਾਲ ਆਪਣੇ ਫਰੀਜ਼ਨ ਕਰਾਸ ਆ ਜੀ। ਸਹੀ। ਤੇ ਹਾਂਜੀ ਉਹ ਆਪਣੇ ਗਾਂ ਜਿਹੜੀ ਆ ਉਹ ਤਿਆਰ ਆ ਤਕਰੀਬਨ 2-4-5 ਦਿਨ ਦੇ ਵਿੱਚ, ਉਹ ਮਾਸ਼ਾਅੱਲਾ ਜੀ ਸੂ ਪੈਣੀ ਆ। ਤੇ ਆ ਇਹਦੀ ਬੇਟੀ ਹੈ ਜੀ, ਉਹਦੀਆਂ 3 ਬੇਟੀਆਂ ਉਧਰ ਫਿਰਨ ਦੀਆਂ ਦੂਸਰੀ ਸਾਈਡ ਤੇ। ਸਹੀ ਹੋ ਗਿਆ, ਜ਼ਬਰਦਸਤ ਆ। ਕੈਮਰਾਮੈਨ ਸਾਹਿਬ ਜ਼ਰਾ ਤੁਸੀਂ ਦੇਖ ਸਕਦੇ ਹੋ ਕਿ ਮਾਸ਼ਾਅੱਲਾ ਬਹੁਤ ਜ਼ਬਰਦਸਤ ਨਿਜ਼ਾਮ ਹੈਗਾ, ਸਫਾਈ ਵੀ ਠੀਕ ਹੈਗੀ ਆ। ਕੋਈ ਯਾਨੀ ਕਿ ਜਾਨਵਰ ਲਿਬੜੇ ਨਹੀਂ ਤੁਹਾਨੂੰ ਨਜ਼ਰ ਆ ਰਿਹਾ, ਕੋਈ ਵੀ ਸ਼ੈਡ 'ਚ ਨਾ ਸਾਫ ਸੁਥਰਾ। ਜ਼ਰਾ ਅੱਗੇ ਆ ਜਾਓ ਕੈਮਰਾਮੈਨ ਸਾਹਿਬ, ਇਸ ਗਾਂ ਦਾ ਥੋੜਾ ਲੇਵਾ ਦਿਖਾਓ। ਅਸਲ 'ਚ ਦੋਸਤੋ ਜਾਨਵਰ ਆਜ਼ਾਦ ਫਿਰ ਰਹੇ ਆ ਤੇ ਮਾਸ਼ਾਅੱਲਾ ਲੇਵਾ ਦੇਖੋ। ਅੱਛਾ ਅਹਿਮਦ ਭਾਈ ਇਹਦੇ ਕੀ ਐਵਰੇਜ ਹੈ? ਇਹ ਅਲਹਮਦੁਲਿਲਾ ਜੀ ਕਮ ਸੇ ਕਮ 12 ਪਰ ਟਾਈਮ ਹੋਏਗਾ ਜੀ। ਇੱਕ ਟਾਈਮ ਦਾ 12 ਲੀਟਰ ਦੇਗੀ ਦੁੱਧ। ਜ਼ਬਰਦਸਤ ਹੋ ਗਿਆ, ਇੱਕ ਟਾਈਮ ਦਾ 12 ਲੀਟਰ ਦੁੱਧ ਹੈ। ਤੇ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਖੂਬਸੂਰਤ ਨਸਲ ਹੈ। ਖੁਰਾਕ ਇਹਦੀ ਵੀ ਦੂਸਰੀਆਂ ਜਿੰਨੀ ਹੈ, ਫਰੀਜ਼ਨ F1-2 ਜਿੰਨੀ? ਹਾਂਜੀ ਖੁਰਾਕ ਉਹੀ ਹੈ ਜੀ, ਉਹੀ ਚੱਲ ਰਹੀ ਹੈ ਇਹਨਾਂ ਦੀ। ਸਹੀ ਹੋ ਗਿਆ। ਸੈਲੇਜ ਹੁਣ ਕਾਸ਼ ਕਰਕੇ ਤੇ ਹੁਣ ਬਣਾਵਾਂਗੇ ਇਨਸ਼ਾਅੱਲਾ। ਪਿਛਲੀ ਦਫਾ ਬਣਾਇਆ ਸੀ, ਬਹੁਤ ਆਲਾ ਰਿਜ਼ਲਟ ਰਿਹਾ ਹੋਰਾ। ਹੁਣ ਦੁਬਾਰਾ ਫਿਰ ਬਣਾਵਾਂਗੇ ਸੈਲੇਜ। ਹੁਣ ਸੈਲੇਜ ਨਹੀਂ ਪਾ ਰਿਹਾ? ਹੁਣ ਮੈਂ ਪਾ ਰਿਹਾ ਜੀ ਕਮਾਦ ਤੇ ਲੂਸਣ ਜਵਾ, ਚੱਲੇਗਾ ਹੁਣ ਥੋੜੇ ਅਰਸੇ ਬਾਅਦ। ਤੇ ਫਿਰ ਸੈਲੇਜ ਦੀ ਇਨਸ਼ਾਅੱਲਾ ਫਸਲ ਤਿਆਰ ਕਰਕੇ ਤੇ ਉਹ ਨਾਲ ਸ਼ੁਰੂ ਕਰਾਂਗੇ। ਪਿਛਲੀ ਸਾਈਡ ਤੇ ਬੈਂਕਰ ਤਿਆਰ ਆ ਤੇ ਹਾਂਜੀ ਉਹਨਾਂ ਵਿੱਚ ਆਪਣਾ ਸ਼ੁਰੂ ਕਰਦੇ ਹਾਂ। ਅੱਛਾ ਦੋਸਤੋ ਆ ਦੂਸਰੇ ਹਿੱਸੇ 'ਚ ਆ ਗਏ, 2 ਪੋਰਸ਼ਨ ਆ। ਇੱਕ ਖੁਰਲੀ ਬਣਾਈ ਹੈ ਸੈਂਟਰ 'ਚ ਬਿਲਕੁਲ ਇਹਨਾਂ ਨੇ ਫਾਰਮ ਦੇ। ਇੱਕ ਸਾਈਡ ਤੇ ਪ੍ਰੈਗਨੈਂਟ ਗਾਵਾਂ ਤੇ ਸੂਈਆਂ ਹੋਈਆਂ, ਦੂਸਰੀ ਸਾਈਡ ਤੇ ਜਿਹੜੇ ਇਹ ਇੱਧਰ ਅਮਨ ਭਾਈ ਕਿੰਨੀ ਐਵਰੇਜ ਉਮਰ ਤੱਕ ਯਾਨੀ ਕਿ ਜਾਨਵਰ ਤੁਸੀਂ ਇੱਧਰਲੀ ਸਾਈਡ ਤੇ ਰੱਖੇ ਆ? ਇਹ ਸਰ ਜਿੰਨੀ ਦੇਰ ਤੱਕ ਇਹ ਗੱਭਣ ਹੋ ਜਾਣਗੀਆਂ, ਸੂਣ ਵਾਲੀਆਂ ਹੋ ਜਾਣਗੀਆਂ, ਫਿਰ ਇਹਨੂੰ ਦੂਸਰੀ ਸਾਈਡ ਤੇ ਕਨਵਰਟ ਕਰ ਦਿਆਂਗੇ। ਜਦੋਂ ਥੋੜ੍ਹੀਆਂ ਜਿਹੀਆਂ ਉੱਧਰੋਂ ਜਵਾਨ ਹੋ ਜਾਂਦੀਆਂ 6ਵਾਂ 7ਵਾਂ 8ਵਾਂ ਸਾਲ ਦੇ ਹੁੰਦੇ, ਫਿਰ ਜਾਨਵਰ ਇੱਥੇ ਦਾਖਲ ਕਰ ਦਿੰਦੇ ਇਸ ਵਾੜਿਆਂ ਦੇ ਵਿੱਚ। ਅੱਛਾ ਇਸ ਹਿੱਸੇ ਦੇ ਵੀ ਅੱਗੇ ਤੁਸੀਂ 2 ਹਿੱਸੇ ਕੀਤੇ ਆ? ਹਾਂਜੀ ਉਹ ਲੈਦਾ ਬੱਚਿਆਂ ਵਾਸਤੇ ਕੀਤਾ, ਬੱਚੀਆਂ ਵਾਸਤੇ ਕੀਤਾ। ਜ਼ਬਰਦਸਤ ਹੋ ਗਿਆ। ਦੋਸਤੋ ਦੇਖ ਸਕਦੇ ਹੋ ਕਿ ਇਹ ਇੱਕ ਸ਼ੈੱਡ ਦੇ ਸਮਝ ਲਓ 3 ਪੋਰਸ਼ਨ ਬਣਦੇ ਤੁਹਾਡੇ, ਬਲਕਿ 4 ਹੀ ਬਣ ਜਾਂਦੇ ਛੋਟੇ। ਹਾਂਜੀ ਬਣ ਜਾਂਦੇ ਹਾਂ ਜੀ। ਆਹ ਨਾਲ ਪੋਰਸ਼ਨ ਮੇਰਾ ਜਾਨਵਰਾਂ ਦਾ ਜੀ। ਸਹੀ ਹੋ ਗਿਆ, ਉਹ ਮੈਂ ਤੁਹਾਨੂੰ ਦਿਖਾਣਾ ਬਾਅਦ 'ਚ। ਤੇ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਆਹ ਸਿਸਟਮ ਇਹਨਾਂ ਨੇ ਏਜ ਦੇ ਹਿਸਾਬ ਨਾਲ ਨਾ ਲਹਿਦਾ ਕਰ ਰਿਹਾ। ਕੈਮਰਾਮੈਨ ਸਾਹਿਬ ਜ਼ਰਾ ਅੱਗੇ ਆ ਜਾਣ, ਥੋੜਾ ਦਿਖਾ ਦੇਣ, ਤਾਂ ਕਿ ਜਿਹੜੇ ਬਿਲਕੁਲ ਛੋਟੇ ਬੱਚੇ ਹੁੰਦੇ ਆ ਉਹਨਾਂ ਨੂੰ ਇੱਕ ਸਾਈਡ ਤੇ ਵਾਂਸਾ ਦਾ ਬਣਾਇਆ ਹੋਇਆ ਛੋਟਾ ਸ਼ੈੱਡ ਆ, ਉੱਥੇ ਤਾੜ ਦਿੰਦੇ। ਉਸ ਤੋਂ ਬਾਅਦ ਜਿਹੜਾ ਇੱਕ ਸਾਈਡ ਤੇ ਪ੍ਰੈਗਨੈਂਟ ਗਾਵਾਂ, ਦੂਸਰੀ ਸਾਈਡ ਤੇ ਵੱਡੀਆਂ ਗਾਵਾਂ ਯਾਨੀ ਕਿ ਜਿਹੜੀਆਂ ਹਲੇ ਸੂਈ ਨਵੀਆਂ ਨਹੀਂ ਹੋਈਆਂ। ਤੇ ਆਹ ਤੁਸੀਂ ਦੇਖ ਸਕਦੇ ਹੋ ਕਿ ਆਹ ਛੋਟੇ ਜਾਨਵਰ ਬੱਚੇ ਹੈਗੇ ਆ ਤੇ ਇੱਥੇ ਕੋਈ ਥੋੜੀ ਜਿਹੀ ਉਮਰ ਹੁੰਦੀ ਆ। ਆ ਇਹਨਾਂ ਨੇ ਪਾਰਟੀਸ਼ਨ ਆ, ਯਾਨੀ ਕਿ ਇੱਕ ਸ਼ੈੱਡ ਦੇ 2 ਹਿੱਸੇ, ਦੂਸਰੇ ਦੇ ਵਿੱਚੋਂ ਵੀ ਇੱਕ ਜਗ੍ਹਾ ਨਾ ਥੋੜੀ ਜਿਹੀ ਇਹਨਾਂ ਨੇ ਮੁਖਤਸ ਕੀਤੀ 5-7 ਮਰਲੇ ਨਾ ਛੋਟੇ ਜਾਨਵਰਾਂ ਵਾਸਤੇ। ਠੀਕ ਹੈ ਦੋਸਤੋ, ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ ਸਾਡੇ ਨੂੰ, ਤੇ ਵੀਡੀਓ ਨੂੰ ਲਾਈਕ ਕਰੋ, ਕਮੈਂਟ ਕਰੋ, ਤੇ ਫੇਸਬੁੱਕ ਤੇ WhatsApp ਦੇ ਗਰੁੱਪਾਂ ਸ਼ੇਅਰ ਕਰੋ। ਤੁਹਾਨੂੰ ਇਨਸ਼ਾਅੱਲਾ ਇਹਨਾਂ ਦੇ ਅਹਿਮਦ ਭਾਈ ਹੁਣਾਂ ਦੇ ਫਾਰਮ ਦਾ ਇੱਕ ਦੂਸਰਾ ਹਿੱਸਾ ਵੀ ਦਿਖਾਉਂਦੇ ਆ। ਸੁਪਰ ਡੇਅਰੀ ਫਾਰਮ ਹੈ ਇਹ, ਤੇ ਉੱਥੇ ਅਸੀਂ ਇਨਸ਼ਾਅੱਲਾ ਝੋਟੀਆਂ ਪਾਲੀਆਂ, ਤੁਹਾਨੂੰ ਉਹਦਾ ਵੀ ਵਿਜ਼ਿਟ ਕਰਾਉਂਦੇ ਹਾਂ।